ਹੈਲੋ ਬੱਚਿਓ, ਅੱਜ ਅਸੀਂ ਕਰਾਂਗੇ ਪਾਠ 12 ਬਹਾਦਰ ਵੀਰੋ। ਜਿਵੇਂ ਕਿ ਤੁਹਾਨੂੰ ਪਾਠ ਦੇ ਨਾਮ ਤੋਂ ਪਤਾ ਚੱਲ ਹੀ ਰਿਹਾ ਹੈ ਕਿ ਇਹ ਇੱਕ ਕਹਾਣੀ ਵੀਰੋ ਨਾਂ ਦੇ ਕੁੜੀ ਜਾਂ ਫਿਰ ਮੁੰਡੇ ਦੀ ਹੈ ਜੋ ਕਿ ਬਹੁਤ ਬਹਾਦਰ ਹੈ। ਠੀਕ ਹੈ, ਉਹਨੇ ਕੀ ਬਹਾਦਰੀ ਕੀਤੀ, ਚਲੋ ਦੇਖਦੇ ਹਾਂ। ਪਾਠ ਪੜ੍ਹਨ ਤੋਂ ਪਹਿਲਾਂ ਪੜ੍ਹਾਂਗੇ ਅਸੀਂ ਕੁਝ ਨਵੇਂ ਸ਼ਬਦ ਹਨ ਬਹਾਦਰ, ਡਰਪੋਕ, ਨਿਢਾਲ, ਹੌਸਲਾ, ਵਿਉਂਤ। ਇਹ ਸਨ ਕੁਝ ਨਵੇਂ ਸ਼ਬਦ। ਹੁਣ ਅਸੀਂ ਪੜ੍ਹਾਂਗੇ ਪਾਠ ਨੂੰ। ਚਲੋ ਪੜ੍ਹਦੇ ਹਾਂ। ਕਿਸੇ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਪਤਨੀ ਰਹਿੰਦੇ ਸਨ। ਕਿਸਾਨ ਦਾ ਨਾਂ ਜੈਮਲ ਸੀ ਅਤੇ ਉਸ ਦੀ ਪਤਨੀ ਦਾ ਨਾਂ ਵੀਰੋ ਸੀ। ਸੋ ਬੇਟਾ, ਵੀਰੋ ਜਿਹੜਾ ਨਾਂ ਸੀ ਉਹ ਕਿਸ ਦੀ ਪਤਨੀ ਦਾ ਸੀ? ਜੈਮਲ ਸਿੰਘ ਦੇ ਪਤਨੀ ਦਾ ਸੀ। ਵੀਰੋ ਬਹੁਤ ਹੀ ਸਿਆਣੀ ਤੇ ਬਹਾਦਰ ਸੀ, ਪਰ ਇਸ ਦੇ ਉਲਟ ਜੈਮਲ ਸਿੰਘ ਬਹੁਤ ਡਰਪੋਕ ਸੀ। ਜਿੱਦਾਂ ਕਿ ਪਾਠ ਦਾ ਨਾਮ ਹੈ ਹੀ ਬਹਾਦਰ ਵੀਰੋ, ਉਸੇ ਤਰ੍ਹਾਂ ਵੀਰੋ ਬਹਾਦਰ ਸੀ ਅਤੇ ਉਸਦਾ ਪਤੀ ਜੋ ਕਿ ਵੀਰੋ ਦੇ ਬਿਲਕੁਲ ਉਲਟ ਸੀ, ਉਹ ਬਹੁਤ ਡਰਪੋਕ ਸੀ, ਜਿਸ ਦਾ ਨਾਮ ਜੈਮਲ ਸਿੰਘ ਸੀ। ਚਲੋ ਅੱਗੇ ਪੜ੍ਹਦੇ ਹਾਂ। ਇੱਕ ਦਿਨ ਜੈਮਲ ਸਿੰਘ ਖੇਤਾਂ ਤੋਂ ਦੌੜਿਆ ਘਰ ਪਹੁੰਚਿਆ ਅਤੇ ਵੀਰੋ ਨੂੰ ਕਹਿਣ ਲੱਗਾ, ਵੀਰੋ, ਹੁਣੇ ਇੱਕ ਸ਼ੇਰ ਨੇ ਆ ਕੇ ਮੈਨੂੰ ਕਿਹਾ ਹੈ ਕਿ ਤੂੰ ਆਪਣਾ ਬਲਦ ਮੈਨੂੰ ਖਾਣ ਨੂੰ ਦੇ, ਨਹੀਂ ਤਾਂ ਮੈਂ ਤੈਨੂੰ ਖਾ ਜਾਵਾਂਗਾ। ਅਤੇ ਜਿੱਦਾਂ ਕਿ ਪਹਿਲੇ ਦੱਸਿਆ ਹੀ ਹੈ ਕਿ ਜੈਮਲ ਸਿੰਘ ਬਹੁਤ ਡਰਪੋਕ ਹੈ ਅਤੇ ਉਸ ਨੂੰ ਇੱਕ ਸ਼ੇਰ ਮਿਲਦਾ ਹੈ ਜੋ ਕਿ ਉਸਦੇ ਬਲਦ ਖਾਣ ਨੂੰ ਮੰਗਦਾ ਹੈ, ਅਤੇ ਇਸ ਗੱਲ ਤੋਂ ਉਹ ਡਰ ਕੇ ਜਲਦੀ ਘਰ ਆਉਂਦਾ ਹੈ ਅਤੇ ਆਪਣੀ ਸਾਰੀ ਗੱਲ ਵੀਰੋ ਨੂੰ ਦੱਸਦਾ ਹੈ। ਫਿਰ ਤੂੰ ਉਸਨੂੰ ਕੀ ਕਿਹਾ? ਵੀਰੋ ਨੇ ਜੈਮਲ ਨੂੰ ਪੁੱਛਿਆ। ਵੀਰੋ ਨੇ ਉਸਨੂੰ ਪੁੱਛਿਆ ਕਿ ਫਿਰ ਤੂੰ ਉਸਨੂੰ ਕੀ ਕਿਹਾ ਜਦੋਂ ਸ਼ੇਰ ਨੇ ਤੈਨੂੰ ਕਿਹਾ ਕਿ ਤੂੰ ਉਸਨੂੰ ਆਪਣਾ ਬਲਦ ਖਾਣ ਨੂੰ ਦੇ? ਮੈਂ ਕਿਹਾ, ਜੇਕਰ ਤੂੰ ਮੇਰਾ ਬਲਦ ਖਾ ਗਿਆ ਤਾਂ ਅਸੀਂ ਖੇਤਾਂ ਦੀ ਵਾਹੀ ਕਿਵੇਂ ਕਰਾਂਗੇ? ਅਸੀਂ ਤਾਂ ਭੁੱਖੇ ਮਰ ਜਾਵਾਂਗੇ। ਤੂੰ ਇੱਥੇ ਰੁਕ, ਮੈਂ ਘਰ ਜਾ ਕੇ ਆਪਣੀ ਗਾਂ ਲੈ ਕੇ ਆਉਂਦਾ ਹਾਂ, ਤੂੰ ਉਸਨੂੰ ਖਾ ਲਵੀਂ। ਜੈਮਲ ਨੇ ਉੱਤਰ ਦਿੱਤਾ। ਅਤੇ ਜੈਮਲ ਨੇ ਕੀ ਉੱਤਰ ਦਿੱਤਾ ਕਿ ਤੂੰ ਇੱਥੇ ਰੁਕ, ਮੈਂ ਹੁਣੀ ਜਾਣਾ ਆ ਅਤੇ ਗਾਂ ਲੈ ਕੇ ਆਉਣਾ ਆ ਆਪਣੀ, ਤੂੰ ਉਸਨੂੰ ਖਾ ਲਵੀਂ, ਪਰ ਮੇਰੇ ਬਲਦਾਂ ਨੂੰ ਨਾ ਖਾ। ਇਸ ਨਾਲ ਅਸੀਂ ਖੇਤ ਦੀ ਵਾਹੀ ਕਰਦੇ ਹਾਂ, ਅਤੇ ਜੇ ਆਪਾਂ ਖੇਤ ਵਾਹੀ ਨਹੀਂ ਕਰਾਂਗੇ ਫਿਰ ਸਾਡੀ ਫਸਲ ਨਹੀਂ ਪੱਕੇਗੀ। ਜੇ ਫਸਲ ਨਹੀਂ ਪੱਕੇਗੀ ਤਾਂ ਫਿਰ ਅਸੀਂ ਕਿੱਦਾਂ ਖਾਵਾਂਗੇ ਰੋਟੀ? ਠੀਕ ਹੈ, ਅਤੇ ਇਸੇ ਕਰਕੇ ਉਸਨੇ ਕਿਹਾ ਕਿ ਤੂੰ ਬਲਦ ਨੂੰ ਨਾ ਖਾ, ਮੇਰੀ ਗਾਂ ਨੂੰ ਖਾ ਲੈ, ਮੈਂ ਗਾਂ ਹੁਣੀ ਜਾ ਕੇ ਲੈ ਕੇ ਆਉਣਾ ਹਾਂ। ਹੁਣ ਇਹ ਦੇਖੋ, ਜਿਵੇਂ ਕਿ ਚਿੱਤਰ ਵਿੱਚ ਤੁਹਾਨੂੰ ਦਿਖ ਹੀ ਰਿਹਾ ਹੈ, ਇਹ ਹੈ ਵੀਰੋ ਅਤੇ ਇਹ ਹੈ ਜੈਮਲ ਸਿੰਘ, ਜੋ ਕਿ ਬਹੁਤ ਭੱਜਿਆ ਡਰਿਆ ਹੋਇਆ ਨਜ਼ਰ ਆ ਰਿਹਾ ਹੈ। ਅੱਗੇ ਪੜ੍ਹਦੇ ਹਾਂ ਕੀ ਹੋਇਆ। ਇਹ ਸਭ ਸੁਣ ਕੇ ਵੀਰੋ ਨੂੰ ਬਹੁਤ ਗੁੱਸਾ ਆਇਆ। ਉਹ ਜੈਮਲ ਨੂੰ ਕਹਿਣ ਲੱਗੀ, ਜੇ ਤੂੰ ਗਾਂ ਸ਼ੇਰ ਲਈ ਲੈ ਗਿਆ ਤਾਂ ਘਰ 'ਚ ਨਾ ਦੁੱਧ ਹੋਵੇਗਾ, ਨਾ ਹੀ ਲੱਸੀ, ਬੱਚੇ ਰੋਟੀ ਕਿਸ ਨਾਲ ਖਾਣਗੇ? ਵੀਰੋ ਨੂੰ ਇੱਕ ਵਿਉਂਤ ਸੁੱਝੀ। ਉਸਨੇ ਕਿਹਾ, ਤੂੰ ਜਲਦੀ ਨਾਲ ਖੇਤਾਂ ਵਿੱਚ ਜਾ ਅਤੇ ਸ਼ੇਰ ਨੂੰ ਜਾ ਕੇ ਕਹਿ ਕਿ ਮੇਰੀ ਵਹੁਟੀ ਤੇਰੇ ਲਈ ਇੱਕ ਘੋੜਾ ਲੈ ਕੇ ਆ ਰਹੀ ਹੈ। ਫਿਰ ਕੀ ਹੋਇਆ, ਜਦੋਂ ਉਹ ਬਹੁਤ ਡਰ ਗਿਆ, ਉਹ ਸ਼ੇਰ ਨੂੰ ਕਹਿੰਦਾ ਹੈ ਕਿ ਮੈਂ ਘਰ ਜਾ ਕੇ ਤੇਰੇ ਲਈ ਗਾਂ ਲੈ ਕੇ ਆਉਣਾ ਹਾਂ। ਅਤੇ ਆਪਣੀ ਗਾਂ ਨੂੰ ਬਚਾਉਣ ਲਈ ਅਤੇ ਆਪਣੇ ਬਲਦ ਨੂੰ ਵੀ ਬਚਾਉਣ ਲਈ ਬਹਾਦਰ ਵੀਰੋ ਨੂੰ ਇੱਕ ਤਰਕੀਬ ਸੁੱਝੀ। ਉਹ ਕੀ ਸੀ ਕਿ ਉਹ ਕਹਿਣ ਲੱਗੀ ਕਿ ਤੂੰ ਜਾ ਅਤੇ ਸ਼ੇਰ ਨੂੰ ਕਹਿ ਕਿ ਤੇਰੇ ਲਈ ਘੋੜਾ ਲੈ ਕੇ ਆ ਰਹੀ ਹੈ ਉਸਦੀ ਵਹੁਟੀ, ਅਤੇ ਤੂੰ ਉਸਨੂੰ ਖਾ ਲਵੀਂ। ਹੁਣ ਅੱਗੇ ਦੇਖਦੇ ਹਾਂ ਕੀ ਹੋਇਆ। ਜੈਮਲ ਸਿੰਘ ਡਰਦਾ ਸ਼ੇਰ ਕੋਲ ਪੁੱਜਿਆ। ਉਸਨੇ ਕਿਹਾ, ਸ਼ੇਰ ਰਾਜਾ, ਸਾਡੀ ਗਾਂ ਤਾਂ ਬੜੀ ਮਰੀਅਲ ਜਿਹੀ ਹੈ, ਉਸ ਨਾਲ ਤੁਹਾਡਾ ਕੀ ਬਣੇਗਾ? ਮੇਰੀ ਵਹੁਟੀ ਲਈ ਇੱਕ ਮੋਟਾ ਤਾਜ਼ਾ ਘੋੜਾ ਲੈ ਕੇ ਆ ਰਹੀ ਹੈ। ਮੇਰੀ ਵਹੁਟੀ ਤੁਹਾਡੇ ਲਈ ਇੱਕ ਮੋਟਾ ਤਾਜ਼ਾ ਘੋੜਾ ਲੈ ਕੇ ਆ ਰਹੀ ਹੈ। ਡਰਦੇ ਆਖਿਰਕਾਰ ਉਸਨੇ ਸ਼ੇਰ ਨੂੰ ਕਹਿ ਹੀ ਦਿੱਤਾ ਕਿ ਤੂੰ ਗਾਂ ਵੀ ਨਾ ਖਾ, ਗਾਂ ਤੇ ਬਹੁਤ ਮਰੀਅਲ ਜਿਹੀ ਹੈ, ਮਤਲਬ ਉਹਦੇ ਵਿੱਚ ਜਾਨ ਨਹੀਂ ਹੈ, ਉਹਦੇ ਵਿੱਚ ਮਾਸ ਨਹੀਂ ਹੈ, ਤੂੰ ਉਸਨੂੰ ਖਾਏਂਗਾ ਤੇ ਤੇਰਾ ਕੁਝ ਬਣਨਾ ਨਹੀਂ। ਠੀਕ ਹੈ, ਇਸ ਲਈ ਮੋਟਾ ਤਾਜ਼ਾ ਘੋੜਾ ਹੈ ਜੋ ਕਿ ਉਸਦੀ ਵਹੁਟੀ ਲੈ ਕੇ ਆ ਰਹੀ ਹੈ, ਤੂੰ ਉਸਨੂੰ ਖਾ ਲਵੀਂ। ਵੀਰੋ ਨੇ ਸਿਰ 'ਤੇ ਇੱਕ ਵੱਡਾ ਜਿਹਾ ਪੱਗੜ ਬੰਨ੍ਹ ਲਿਆ ਅਤੇ ਹੱਥ ਵਿੱਚ ਦਾਤੀ ਫੜ ਕੇ ਘੋੜਾ ਦੌੜਾਉਂਦੀ ਹੋਈ ਖੇਤਾਂ 'ਚ ਪਹੁੰਚੀ। ਵੀਰੋ ਜ਼ੋਰ ਨਾਲ ਬੋਲੀ, ਓਏ ਕਿਸਾਨਾ, ਤੂੰ ਤਾਂ ਕਹਿੰਦਾ ਸੀ ਕਿ ਤੂੰ 4 ਸ਼ੇਰ ਫਸਾ ਕੇ ਰੱਖੇ ਹਨ, ਪਰ ਇੱਥੇ ਤਾਂ ਸਿਰਫ ਇੱਕ ਹੀ ਹੈ, ਬਾਕੀ 3 ਕਿੱਥੇ ਗਏ? ਅਤੇ ਉਹ ਕੀ ਬੋਲਣ ਲੱਗੀ ਕਿ ਇਹ ਦੇਖੋ, ਇਹ ਹੈ ਵੀਰੋ ਘੋੜੇ ਉੱਤੇ ਬੈਠ ਕੇ ਹੱਥ ਵਿੱਚ ਦਾਤੀ ਫੜ ਕੇ ਸਿਰ ਉੱਤੇ ਵੱਡਾ ਜਿਹਾ ਪੱਗੜ ਬੰਨ੍ਹ ਕੇ ਇੱਦਾਂ ਲੱਗ ਰਿਹਾ ਹੈ ਜਿੱਦਾਂ ਉਹ ਸ਼ੇਰ ਨੂੰ ਮਾਰ ਹੀ ਦੇਵੇਗੀ।
ਤੇ ਉਸਨੇ ਜ਼ੋਰ ਨਾਲ ਕਿਹਾ ਆਪਣੇ ਪਤੀ ਜੈਮਲ ਸਿੰਘ ਨੂੰ, ਜੋ ਕਿ ਇੱਕ ਕਿਸਾਨ ਸੀ। ਉਹ ਕਿਸਾਨਾਂ ਕਿ ਤੂੰ ਤਾਂ ਕਹਿੰਦਾ ਸੀ ਕਿ ਇੱਥੇ ਤੂੰ 4 ਸ਼ੇਰ ਫਸਾਏ ਹੋਏ ਹਨ, ਪਰ ਇੱਥੇ ਤਾਂ ਸਿਰਫ ਇੱਕ ਹੀ ਹੈ। ਠੀਕ ਹੈ। ਵੀਰੋ ਘੋੜੇ ਤੋਂ ਉਤਰੀ ਤੇ ਸ਼ੇਰ ਵੱਲ ਵੱਧਦੀ ਹੋਈ ਬੋਲੀ, ਚਲ ਕੋਈ ਗੱਲ ਨਹੀਂ, ਨਾਸ਼ ਦੇ ਲਈ ਤਾਂ ਇੱਕ ਸ਼ੇਰ ਹੀ ਕਾਫੀ ਹੈ। ਤੇ ਹੁਣ ਉਹ ਇੱਦਾਂ ਰਿਐਕਟ ਕਰਦੀ ਪਈ ਹੈ ਕਿ ਉਹ ਸ਼ੇਰ ਨੂੰ ਮਾਰਨਾ ਚਾਹੁੰਦੀ ਹੈ ਅਤੇ ਉਸਨੂੰ ਖਾਣਾ ਚਾਹੁੰਦੀ ਹੈ, ਜੋ ਕਿ ਇੱਕ ਬਹਾਦਰ ਇਨਸਾਨ ਦਾ ਹੀ ਹੋ ਸਕਦਾ ਹੈ। ਇਸ ਲਈ ਉਹ ਬਹਾਦਰੀ ਨਾਲ ਸ਼ੇਰ ਦਾ ਸਾਹਮਣਾ ਕਰਨ ਲੱਗੀ। ਅੱਗੇ ਪੜ੍ਹਦੇ ਹਾਂ। ਇੰਨਾ ਸੁਣ ਕੇ ਸ਼ੇਰ ਡਰ ਕੇ ਮਾਰੇ ਕੰਬਣ ਲੱਗ ਪਿਆ ਅਤੇ ਉੱਥੇ 9-2-11 ਹੋ ਗਿਆ। ਇੰਨਾ ਸੁਣ ਕੇ ਹੀ ਉਹ ਉੱਥੋਂ ਭੱਜਣ ਲੱਗ ਪਿਆ। 9-2-11 ਹੋਣਾ ਮਤਲਬ ਉੱਥੋਂ ਭੱਜ ਗਿਆ। ਇਹ ਦੇਖ ਕੇ ਵੀਰੋ ਜੈਮਲ ਸਿੰਘ ਨੂੰ ਕਹਿਣ ਲੱਗੀ, ਵੇਖਿਆ, ਇਸ ਨੂੰ ਕਹਿੰਦੇ ਨੇ ਹਿੰਮਤ। ਤੂੰ ਤਾਂ ਇੰਨਾ ਡਰਪੋਕ ਹੈ ਕਿ ਆਪਣੀ ਘਰ ਦੀ ਗਾਂ ਸ਼ੇਰ ਦੇ ਹਵਾਲੇ ਕਰਨ ਲੱਗਾ ਸੀ। ਪਰ ਸਾਨੂੰ ਮੁਸੀਬਤ ਵੇਲੇ ਡਰਨਾ ਨਹੀਂ ਚਾਹੀਦਾ, ਸਗੋਂ ਹਿੰਮਤ ਅਤੇ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਫਿਰ ਉਸਨੇ ਜੈਮਲ ਸਿੰਘ ਨੂੰ ਸਮਝਾਇਆ ਕਿ ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਉਸਨੂੰ ਹਿੰਮਤ ਅਤੇ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਉਸ ਵੇਲੇ, ਨਾ ਕਿ ਡਰਪੋਕ ਬਣ ਕੇ ਘਰ ਰਹਿਣਾ ਚਾਹੀਦਾ ਹੈ। ਉੱਧਰ ਭੁੱਖ ਦੇ ਮਾਰੇ ਸ਼ੇਰ ਦੀ ਜਾਨ ਨਿਕਲ ਰਹੀ ਸੀ। ਸ਼ੇਰ ਦੀ ਨਿਢਾਲ ਜਿਹੀ ਹਾਲਤ ਵੇਖ ਕੇ ਇੱਕ ਬਘਿਆੜ ਨੇ ਪੁੱਛਿਆ, ਮਹਾਰਾਜ, ਮਾਮਲਾ ਕੀ ਹੈ? ਅੱਜ ਤੁਸੀਂ ਬਹੁਤ ਉਦਾਸ ਦਿਖਾਈ ਦੇ ਰਹੇ ਹੋ। ਠੀਕ ਹੈ। ਫਿਰ ਜਦੋਂ ਉਹ ਉੱਥੋਂ ਭੱਜ ਗਿਆ ਤੇ ਉਸਨੂੰ ਇੱਕ ਬਘਿਆੜ ਦਿਖਾਈ ਦਿੱਤਾ, ਜੋ ਕਿ ਬਘਿਆੜ ਉਸਨੂੰ ਸ਼ੇਰ ਨੂੰ ਕਹਿ ਰਿਹਾ ਹੈ ਕਿ ਤੁਸੀਂ ਬੜੇ ਨਿਢਾਲ ਮਤਲਬ ਤੁਹਾਡੇ ਵਿੱਚ ਕੋਈ ਵੀ ਤਾਕਤ ਨਹੀਂ ਦਿਖ ਰਹੀ, ਭੁੱਖ ਤੋਂ ਬੇਹਾਲ ਹੋਣਾ ਮਤਲਬ ਬਹੁਤ ਜ਼ਿਆਦਾ ਭੁੱਖ ਲੱਗਣੀ। ਠੀਕ ਹੈ। ਤੇ ਉਹ ਕਹਿ ਰਿਹਾ ਹੈ ਕਿ ਤੁਸੀਂ ਬਹੁਤ ਉਦਾਸ ਦਿਖਾਈ ਦੇ ਰਹੇ ਹੋ, ਕੀ ਹੋਇਆ? ਸ਼ੇਰ ਨੇ ਕਿਹਾ, ਤੂੰ ਪੁੱਛ ਨਾ, ਅੱਜ ਤਾਂ ਮੇਰੀ ਜਾਨ ਬਹੁਤ ਮੁਸ਼ਕਿਲ ਨਾਲ ਬਚੀ ਹੈ। ਅੱਜ ਇੱਕ ਅਜਿਹੀ ਰਾਖਸ਼ਣੀ ਨਾਲ ਵਾਹ ਪੈ ਗਿਆ ਜਿਹੜੀ ਨਾਸ਼ਤੇ ਵਿੱਚ 4 ਸ਼ੇਰ ਖਾਂਦੀ ਹੈ। ਮਸਾਂ ਜਾਨ ਬਚਾ ਕੇ ਭੱਜਿਆ ਉੱਥੋਂ। ਤੇ ਇਸ ਵੇਲੇ ਸ਼ੇਰ ਵੀ ਬਹੁਤ ਘਬਰਾਇਆ ਹੋਇਆ ਸੀ। ਉਹ ਤਾਂ ਆਪਣੀ ਜਾਨ ਬਚਾ ਕੇ ਬਹੁਤ ਖੁਸ਼ ਹੋਇਆ ਅਤੇ ਉਹ ਇਹ ਸਾਰੀ ਕਹਾਣੀ ਬਘਿਆੜ ਨੂੰ ਦੱਸਣ ਲੱਗ ਪਿਆ। ਇਹ ਸੁਣ ਕੇ ਬਘਿਆੜ ਬਹੁਤ ਹੱਸਿਆ। ਉਹ ਸਵੇਰੇ ਝਾੜਿਆਂ ਪਿੱਛੇ ਲੁਕਿਆ ਸਾਰਾ ਤਮਾਸ਼ਾ ਦੇਖ ਰਿਹਾ ਸੀ। ਉਹ ਕਹਿਣ ਲੱਗਾ, ਮੇਰੇ ਭੋਲੇ ਬਾਦਸ਼ਾਹ, ਜਿਸ ਨੂੰ ਤੁਸੀਂ ਰਾਖਸ਼ਣੀ ਸਮਝ ਰਹੇ ਹੋ, ਉਹ ਤਾਂ ਵੀਰੋ ਸੀ। ਉਸ ਨੇ ਤਾਂ ਤੁਹਾਨੂੰ ਬੇਵਕੂਫ ਬਣਾਇਆ ਸੀ। ਚਲੋ ਅਸੀਂ ਫਿਰ ਕਿਸਾਨ ਦੇ ਖੇਤਾਂ ਵੱਲ ਚਲੀਏ। ਜੇ ਇਸ ਵਾਰ ਤੁਹਾਨੂੰ ਬਲਦ ਖਾਨ ਨੂੰ ਨਾ ਮਿਲਿਆ ਤਾਂ ਤੁਸੀਂ ਮੇਰਾ ਨਾਂ ਬਦਲ ਦਿਓ। ਤੇ ਫਿਰ ਕੀ ਉਸਨੇ ਜਿਹੜਾ ਬਘਿਆੜ ਸੀ ਉਸਨੇ ਫਿਰ ਸ਼ੇਰ ਵਿੱਚ ਥੋੜ੍ਹੀ ਹਿੰਮਤ ਪਾ ਕੇ ਉਸਨੂੰ ਥੋੜ੍ਹੀ ਤਸੱਲੀ ਦਿੱਤੀ ਕਿ ਤੁਸੀਂ ਕੋਈ ਗੱਲ ਨਹੀਂ, ਉਸਨੇ ਤੁਹਾਨੂੰ ਬੇਵਕੂਫ ਬਣਾ ਦਿੱਤਾ ਹੈ ਅਤੇ ਉਹ ਵੀਰੋ ਹੈ, ਕੋਈ ਰਾਖਸ਼ਣੀ ਨਹੀਂ ਹੈ। ਤੁਹਾਨੂੰ ਡਰਨਾ ਨਹੀਂ ਚਾਹੀਦਾ ਉਸ ਤੋਂ। ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਇੱਕ ਦੀ ਜਗ੍ਹਾ ਹੁਣ ਬਹੁਤ ਸਾਰੇ ਬਲਦ ਖਾਨ ਨੂੰ ਮਿਲਣਗੇ। ਜੇ ਨਾ ਖਾਣ ਨੂੰ ਮਿਲੇ ਤਾਂ ਤੁਸੀਂ ਮੇਰਾ ਨਾਂ ਵਟਾ ਦਿਓ। ਪਰ ਸ਼ੇਰ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ। ਉਹ ਬਘਿਆੜ ਨੂੰ ਕਹਿਣ ਲੱਗਾ, ਤੂੰ ਐਵੇਂ ਨਾ ਮਾਰੀ ਜਾ, ਤੂੰ ਆਪ ਤਾਂ ਮਰੇਂਗਾ ਹੀ ਤੇ ਮੈਨੂੰ ਵੀ ਮਾਰੇਂਗਾ। ਤੇ ਉਸਨੇ ਉਸਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਸਾਨੂੰ ਨਹੀਂ ਜਾਣਾ ਚਾਹੀਦਾ। ਬਘਿਆੜ ਨੇ ਸ਼ੇਰ ਨੂੰ ਹੌਸਲਾ ਦਿੰਦਿਆਂ ਕਿਹਾ, ਮਹਾਰਾਜ, ਤੁਸੀਂ ਘਬਰਾਓ ਨਾ, ਮੈਂ ਤੁਹਾਡੇ ਨਾਲ ਹਾਂ। ਚਲੋ ਇੰਜ ਕਰਦੇ ਹਾਂ ਕਿ ਮੈਂ ਤੁਹਾਡੀ ਪੂੰਛ ਆਪਣੀ ਪੂੰਛ ਨਾਲ ਬੰਨ੍ਹ ਲੈਂਦਾ ਹਾਂ, ਫਿਰ ਤਾਂ ਠੀਕ ਹੈ। ਤੇ ਬਘਿਆੜ ਨੇ ਉਸਨੂੰ ਹੌਸਲਾ ਦਿਲਾਸਾ ਦਿੰਦੇ ਹੋਰ ਕਿਹਾ ਕਿ ਚਲੋ ਤੁਸੀਂ ਘਬਰਾਓ ਨਾ, ਤੁਹਾਨੂੰ ਲੱਗਦਾ ਹੋਣਾ ਕਿ ਮੈਂ ਉੱਥੋਂ ਭੱਜ ਲਵਾਂਗਾ ਤੇ ਤੁਸੀਂ ਉੱਥੇ ਰਹਿ ਜਾਵੋਗੇ। ਇਸ ਤਰ੍ਹਾਂ ਨਹੀਂ ਹੋਏਗਾ। ਤੁਸੀਂ ਵੀ ਮੇਰੀ ਪੂੰਛ ਆਪਣੀ ਪੂੰਛ ਦੇ ਨਾਲ ਬੰਨ੍ਹ ਲਵੋ, ਜਿਸ ਨਾਲ ਅਗਰ ਮੈਂ ਭੱਜਿਆ ਜਾਂ ਤੁਸੀਂ ਭੱਜੇ ਤੇ ਅਸੀਂ ਦੋਨੋਂ ਇਕੱਠੇ ਹੀ ਭੱਜਾਂਗੇ। ਬਘਿਆੜ ਦੇ ਬਹੁਤ ਮਨਾਉਣ 'ਤੇ ਸ਼ੇਰ ਮੰਨ ਗਿਆ। ਉਹ ਬਘਿਆੜ ਨਾਲ ਆਪਣੀ ਪੂੰਛ ਬੰਨ੍ਹ ਕੇ ਜੈਮਲ ਸਿੰਘ ਦੇ ਖੇਤਾਂ ਵੱਲ ਤੁਰ ਪਿਆ ਅਤੇ ਫਿਰ ਉਹ ਜੈਮਲ ਸਿੰਘ ਦੇ ਖੇਤਾਂ ਵੱਲ ਦੋਨੋਂ ਤੁਰ ਪਏ। ਸ਼ੇਰ ਨੂੰ ਬਘਿਆੜ ਨਾਲ ਵਾਪਸ ਆਉਂਦਿਆਂ ਵੇਖ ਜੈਮਲ ਦੇ ਤਾਂ ਡਰ ਨਾਲ ਹੋਸ਼ ਉੱਡ ਗਏ। ਜਿੱਦਾਂ ਕਿ ਜੈਮਲ ਸਿੰਘ ਇੱਕ ਡਰਪੋਕ ਆਦਮੀ ਸੀ ਅਤੇ ਉਸਦਾ ਫਿਰ ਡਰ ਨਾਲ ਬੁਰਾ ਹਾਲ ਹੋਣ ਲੱਗ ਪਿਆ। ਮਤਲਬ ਹੋਸ਼ ਉੱਡ ਗਏ, ਮਤਲਬ ਬਹੁਤ ਡਰ ਜਾਣਾ। ਉਹ ਫਿਰ ਤੋਂ ਡਰਨ ਲੱਗ ਪਿਆ ਕਿ ਹੁਣ ਕੀ ਹੋਏਗਾ। ਪਹਿਲੇ ਸ਼ੇਰ ਸੀ, ਹੁਣ ਉਸਦੇ ਨਾਲ ਬਘਿਆੜ ਵੀ ਹੈ ਤੇ ਹੁਣ ਕੀ ਹੋਏਗਾ। ਪਰ ਵੀਰੋ ਨਾ ਘਬਰਾਈ। ਵੀਰੋ ਨੇ ਬੜੀ ਫੁਰਤੀ ਨਾਲ ਦਾਤੀ ਚੁੱਕੀ ਤੇ ਬਘਿਆੜ ਨੂੰ ਕਹਿਣ ਲੱਗੀ, ਓਏ ਬਘਿਆੜਾ, ਤੂੰ ਤਾਂ 4 ਸ਼ੇਰ ਆਪਣੀ ਪੂੰਛ ਨਾਲ ਬੰਨ੍ਹ ਕੇ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਲੈ ਕੇ ਇੱਕ ਹੀ ਆਇਆ। ਇਹਦੇ ਨਾਲ ਕੀ ਬਣੇਗਾ?
ਚਲੋ ਕੋਈ ਗੱਲ ਨਹੀਂ, ਨਾ ਹੋਣ ਨਾਲੋਂ ਤਾਂ ਇਹ ਮਰੀਅਲ ਜਿਹਾ ਸ਼ੇਰ ਹੀ ਚੰਗਾ ਹੈ। ਹਾਲੇ ਮੈਂ ਇਹਦੇ ਨਾਲ ਹੀ ਕੰਮ ਸਾਰ ਲੈਂਦੀ ਹਾਂ। ਉਸਨੇ ਵੀ ਫਿਰ ਆਪਣੀ ਜਿਹੜੀ ਤਰਕੀਬ ਹੀ ਉਸਨੂੰ ਫਿਰ ਤਰਕੀਬ ਚਲਾਈ ਅਤੇ ਫਿਰ ਉਸਨੇ ਦਿਮਾਗ ਚਲਾਇਆ ਅਤੇ ਫਿਰ ਆਪਣੀ ਹੁਸ਼ਿਆਰੀ ਦੇ ਨਾਲ ਉਸਨੂੰ ਸ਼ੇਰ ਨੂੰ ਫਿਰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਕਹਿੰਦੇ ਹੀ ਵੀਰੋ ਅੱਗੇ ਵਧਦੀ ਅਤੇ ਉੱਧਰ ਸ਼ੇਰ ਦਾ ਡਰ ਦੇ ਮਾਰੇ ਬੁਰਾ ਹਾਲ ਹੋ ਗਿਆ। ਉਹ ਸਮਝ ਰਿਹਾ ਸੀ ਕਿ ਬਘਿਆੜ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਹ ਬਘਿਆੜ ਨੂੰ ਵੀ ਵੀਰੋ ਦੇ ਨਾਲ ਮਿਲਿਆ ਹੋਇਆ ਹੀ ਸਮਝ ਰਿਹਾ ਸੀ। ਇਸ ਕਰਕੇ ਉਹ ਉੱਥੋਂ ਭੱਜਣ ਲੱਗ ਪਿਆ। ਉਹ ਬਘਿਆੜ ਨੂੰ ਆਪਣੀ ਪੂੰਛ ਨਾਲ ਘੜੀਸਦਾ ਹੋਇਆ ਜੰਗਲ ਵਿੱਚ ਭੱਜ ਗਿਆ। ਸ਼ੇਰ ਇੰਨਾ ਡਰਿਆ ਹੋਇਆ ਸੀ ਕਿ ਉਹ ਬਘਿਆੜ ਨੂੰ ਆਪਣੀ ਪੂੰਛ ਦੇ ਨਾਲ ਬੰਨ੍ਹ ਕੇ ਜੰਗਲ ਵੱਲ ਲੈ ਗਿਆ। ਉੱਧਰ ਜੈਮਲ ਸਿੰਘ ਅਤੇ ਵੀਰੋ ਹੁਣ ਬਹੁਤ ਖੁਸ਼ ਸਨ, ਕਿਉਂਕਿ ਉਹ ਜਾਣਦੇ ਸਨ ਕਿ ਹੁਣ ਸ਼ੇਰ ਉਹਨਾਂ ਦੇ ਖੇਤਾਂ ਵੱਲ ਕਦੀ ਵਾਪਸ ਮੂੰਹ ਨਹੀਂ ਕਰੇਗਾ। ਸੋ ਬੇਟਾ, ਇਹ ਸੀ ਤੁਹਾਡਾ ਪਾਠ ਬਹਾਦਰ ਵੀਰੋ, ਅਤੇ ਤੁਸੀਂ ਵੀ ਇਸ ਨੂੰ ਇਸੇ ਤਰ੍ਹਾਂ ਹੀ ਪੜ੍ਹਨਾ ਹੈ ਜਿਸ ਤਰ੍ਹਾਂ ਮੈਂ ਪੜ੍ਹਿਆ ਹੈ ਅਤੇ ਸਮਝਣਾ ਹੈ। ਓਕੇ ਬੇਟਾ, ਬਾਏ ਬਾਏ ਐਂਡ ਟੇਕ ਕੇਅਰ।